ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸਿੰਘ ਜੀਓ, 18ਵੀਂ ਸਦੀ ਦੇ ਮਹਾਨ ਸਿੱਖ ਜਰਨੈਲਾਂ ਦੇ ਵਿੱਚੋਂ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਸੁਲਤਾਨ ਉਲ ਕੌਮ ਉਹਨਾਂ ਮੁੱਢਲੇ ਜਰਨੈਲਾਂ ਦੇ ਵਿੱਚੋਂ ਇੱਕ ਸੀਗੇ ਜਿਹੜੇ ਸੂਰਵੀਰ ਯੋਧਾ ਹੋਏ ਆ, ਧਰਮ ਧੁਜਾ ਹੋਏ ਆ, ਕੁਸ਼ਲ ਪ੍ਰਬੰਧਕ ਹੋਏ ਆ, ਨਿਪੁੰਨ ਨੀਤੀਵਾਨ ਹੋਏ ਆ। ਅਤੇ ਇੱਥੇ ਹੀ ਵਸ ਨੇ ਉਹਨਾਂ ਦੇ ਅੰਦਰ ਸੰਤ ਸੁਭਾਅ ਜਿਹੜਾ ਸੀਗਾ ਇਹ ਵੀ ਉਹਨਾਂ ਦੇ ਰੋਮ ਰੋਮ ਦੇ ਵਿੱਚ ਭਰਿਆ ਹੁੰਦਾ ਸੀਗਾ। ਆਪ ਦੇ ਪਿਤਾ ਦਾ ਨਾਂ ਬਦਰ ਸਿੰਘ ਹੋਇਆ ਅਤੇ ਆਪ ਦੇ ਦਾਦਾ ਦਾ ਨਾਂ ਸੀ ਦੇਵਾ ਸਿੰਘ ਅਤੇ ਮਾਤਾ ਹੋਲੋ ਸਦੀਕੇ ਹੋਏ ਇਹਨਾਂ ਦੇ ਮਾਤਾ ਜੀ। ਹੁਣ ਜਿਹੜੇ ਇਹਨਾਂ ਦੇ ਪਿਤਾ ਸਰਦਾਰ ਬਦਰ ਸਿੰਘ ਸੀ, ਇਹਨਾਂ ਦੇ ਜਿਹੜੇ ਦਾਦਾ ਦੇਵਾ ਸਿੰਘ ਸੀ ਹੈ ਨਾ, ਇਹ ਜਦ ਬਦਰ ਸਿੰਘ ਛੋਟੇ ਹੁੰਦੇ ਸੀ ਤਾਂ ਆਪਣੇ ਪਿਤਾ ਦੇਵਾ ਸਿੰਘ ਹੁਣਾਂ ਦੇ ਨਾਲ ਇਹ ਕਲਗੀਧਰ ਮਹਾਰਾਜ ਦੇ ਦਰਸ਼ਨਾਂ ਨੂੰ ਜਾਂਦੇ ਹੁੰਦੇ ਸੀਗੇ। ਅਤੇ ਇਹਨਾਂ ਦੀ ਮਾਤਾ ਹੋਲੋ ਸਦੀਕੇ ਜਿਹੜੇ ਹੋਏ ਆ, ਇਹ ਵੀ ਬੀਬੀ ਜਿਹੜੇ ਸੀਗੇ ਸਿੱਖੀ ਦੇ ਵਿੱਚ ਪੂਰੀ ਰਹਿਤ ਪੈਤ ਦੇ ਵਿੱਚ ਪ੍ਰਪੱਕ ਹੋਏ ਆ। ਅਤੇ ਇਹਨਾਂ ਦਾ ਇੱਕ ਜਿਹੜਾ ਭਰਾ ਸੀ ਜਿਹਦਾ ਨਾਂ ਸਰਦਾਰ ਬਾਗ ਸਿੰਘ ਸੀਗਾ, ਇਹ ਵੀ ਇੱਕ ਜਥੇਦਾਰ ਪੰਥ ਦੇ ਹੋਏ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਕਲਗੀਧਰ ਮਹਾਰਾਜ ਦੇ ਦਰਸ਼ਨਾਂ ਦਾ ਇਹਨਾਂ ਦੇ ਪਿਤਾ ਬਦਰ ਸਿੰਘ ਅਤੇ ਸਰਦਾਰ ਦੇਵਾ ਸਿੰਘ ਨੂੰ ਇਹ ਫਲ ਪ੍ਰਾਪਤ ਹੋਇਆ ਕਿ ਇੱਕ ਵਾਰ ਦਸ਼ਮੇਸ਼ ਪਿਤਾ ਨੇ ਜਦ ਇਹਨਾਂ ਨੂੰ ਦਰਸ਼ਨ ਦਿੱਤੇ ਅਤੇ ਇਹਨਾਂ ਨੂੰ ਇਹ ਬਚਨ ਆਖੇ ਸੀਗੇ ਕਿ ਵਾਹਿਗੁਰੂ ਅਕਾਲ ਪੁਰਖ ਦੀ ਆਰਾਧਨਾ ਕਰੋ, ਦੂਸਰਾ ਸਾਧ ਸੰਗਤ ਦੀ ਸੇਵਾ ਕਰੋ, ਤੀਸਰਾ ਗੁਰੂ ਨਾਨਕ ਸਾਹਿਬ ਦਾ ਧਿਆਨ ਧਰੋ ਅਤੇ ਇਹ ਕਰਨ ਦੇ ਨਾਲ ਗੁਰੂ ਅੰਗ ਸੰਗ ਰਹੇਗਾ ਅਤੇ ਸਮਾਂ ਪਾ ਕੇ ਹੈ ਨਾ ਇੱਕ ਪੁੱਤਰ ਐਸਾ ਹੋਵੇਗਾ ਜਿਹੜਾ ਗੁਰੂ ਕਾ ਲਾਲ ਹੋਵੇਗਾ। ਸੋ ਇਹ ਜਿਹੜਾ ਵਰਦਾਨ ਸੀਗਾ ਇਹ ਕਲਗੀਧਰ ਮਹਾਰਾਜ ਨੇ ਇਹਨਾਂ ਦੇ ਜਿਹੜੇ ਪਿਤਾ ਸੀਗੇ ਸਰਦਾਰ ਬਦਰ ਸਿੰਘ ਅਤੇ ਦਾਦਾ ਸਰਦਾਰ ਦੇਵਾ ਸਿੰਘ ਹੁਣਾਂ ਨੂੰ ਦਿੱਤਾ ਸੀਗਾ। ਸੋ ਇਸ ਵਰਦਾਨ ਦੀ ਬਦੌਲਤ ਵਿਸਾਖ ਸੁਦੀ 15 ਪੂਰਨਮਾਸ਼ੀ ਸੰਨ 1718 ਈਸਵੀ ਦੇ ਵਿੱਚ ਅਤੇ ਆਹਲੂ ਪਿੰਡ ਦੇ ਵਿਖੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਜਿਹੜਾ ਸੀ ਉਹ ਜਨਮ ਹੋਇਆ। ਉਹਨਾਂ ਟਾਈਮਾਂ ਦੇ ਵਿੱਚ ਜਦ ਜਨਮ ਹੋਇਆ ਅਤੇ ਉਸ ਟਾਈਮ ਇਸ ਬਾਲਕ ਦੀ ਜਿਹੜੀ ਖੁਸ਼ੀ ਸੀਗੀ ਉਹ ਬੜੀ ਕੀਤੀ ਗਈ, ਕਿਉਂਕਿ ਕਲਗੀਧਰ ਮਹਾਰਾਜ ਦੇ ਵਰਦਾਨ ਅਸੀਸ ਤੋਂ ਇਸ ਬਾਲਕ ਦਾ ਜਨਮ ਹੋਇਆ ਸੀਗਾ। ਸੋ ਇਹਨਾਂ ਦੇ ਜਨਮ ਤੋਂ ਹੀ ਇਹਨਾਂ ਦਾ ਜਿਹੜਾ ਸੀਗਾ ਉਹ ਤੇਜ ਪ੍ਰਤਾਪ ਸਾਰੇ ਪਰਿਵਾਰ ਨੂੰ ਪਤਾ ਸੀਗਾ। ਖੈਰ ਦੇਖੋ ਕੁਦਰਤ ਦਾ ਭਾਣਾ, ਜਦ ਇਹਨਾਂ ਦੀ ਉਮਰ 4 ਸਾਲ ਦੇ ਕਰੀਬ ਹੋਈ ਹੈ ਨਾ, ਸੋ ਫਿਰ 4 ਸਾਲ ਦੀ ਉਮਰ ਤੋਂ ਬਾਅਦ ਇਹਨਾਂ ਦੇ ਪਿਤਾ ਦੀ ਸ਼ਹਾਦਤ ਹੋਈ ਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ। ਸੋ ਉਸ ਟਾਈਮ ਬੜੀ ਛੋਟੀ ਉਮਰ ਸੀਗੀ ਅਤੇ ਛੋਟੀ ਉਮਰ ਦੇ ਵਿੱਚ ਇਹਨਾਂ ਦੀ ਮਾਤਾ ਨੇ ਜੱਸਾ ਸਿੰਘ ਨੂੰ ਗੁਰਬਾਣੀ ਦੀ ਰੰਗਤ ਅਤੇ ਕੀਰਤਨ ਦੀ ਜਿਹੜੀ ਦਾਤ ਸੀ ਉਹ ਦਿੱਤੀ ਆ। ਪਰ ਹੁਣ 4 ਸਾਲ ਦੀ ਉਮਰ ਤੋਂ ਬਾਅਦ ਜਦੋਂ ਪਿਤਾ ਦਾ ਜਿਹੜਾ ਹੈ ਸ਼ਹਾਦਤ ਹੋਈ ਆ, ਉਸ ਤੋਂ ਬਾਅਦ ਇਹਨਾਂ ਦੇ ਮਾਤਾ ਜੀ ਜੱਸਾ ਸਿੰਘ ਨੂੰ ਲੈ ਕੇ ਆਪ ਮਾਤਾ ਸੁੰਦਰ ਕੌਰ ਜੀ ਦੇ ਦਿੱਲੀ ਅਸਥਾਨ 'ਤੇ ਚਲੇ ਗਏ। ਜਦ ਦਿੱਲੀ ਅਸਥਾਨ 'ਤੇ ਗਏ, ਇੱਥੇ ਅਸਥਾਨ 'ਤੇ ਆ ਕੇ ਹੈ ਨਾ ਫਿਰ ਮਾਤਾ ਜੀ ਦੀ ਸ਼ਰਨ ਦੇ ਵਿੱਚ ਆ ਕੇ ਸਰਦਾਰ ਜੱਸਾ ਸਿੰਘ ਅਤੇ ਇਹਨਾਂ ਦੀ ਮਾਤਾ ਜੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਸੀ, ਸ਼ਾਮ ਨੂੰ ਵੀ ਕੀਰਤਨ ਕਰਦੇ ਸੀਗੇ। ਅਤੇ ਇਸ ਕੀਰਤਨ ਦੀ ਬਦੌਲਤ ਫਿਰ ਜੱਸਾ ਸਿੰਘ ਦੇ ਉੱਤੇ ਨਾਮ ਦੀ ਐਸੀ ਗੁੜਤੀ ਚੜ੍ਹੀ ਆ ਕਿ ਇਹਨਾਂ ਦੀ ਜਿਹੜੀ ਹੈ ਨਾ ਫਿਰ ਬੜੇ ਪਾਲਣਾ ਪੋਸ਼ਣਾ ਖੁਦ ਮਾਤਾ ਸੁੰਦਰ ਕੌਰ ਜੀ ਨੇ ਆਪ ਕੀਤੀ ਆ। ਸੋ ਉਹਨਾਂ ਟਾਈਮਾਂ ਦੇ ਵਿੱਚ ਮਾਤਾ ਸੁੰਦਰ ਕੌਰ ਜੀ ਨੇ ਇਹਨਾਂ ਨੂੰ ਆਪ ਗੁਰਮੁਖੀ ਪੜ੍ਹਾਈ ਆ, ਅਰਬੀ ਦੀ ਵਿੱਦਿਆ ਵੀ ਦਿੱਤੀ, ਫਾਰਸੀ ਪੜ੍ਹਾਈ। ਇਸ ਤੋਂ ਬਾਅਦ ਫਿਰ ਘੋੜ ਸਵਾਰੀ ਸਮਾਂ ਪਾ ਕੇ ਕਰਾਈ, ਫਿਰ ਅਸਤਰ ਸ਼ਾਸਤਰ ਦੀ ਵਿੱਦਿਆ ਸਿਖਾਲੀ, ਯੁੱਧ ਕਲਾ ਸਿਖਾਲਿਆ। ਇਹ ਸਾਰੀ ਜਿਹੜੀ ਜੋ ਮਾਤਾ ਸੁੰਦਰ ਕੌਰ ਜੀ ਸੀਗੇ ਇਹਨਾਂ ਨੇ ਸਰਦਾਰ ਜੱਸਾ ਸਿੰਘ ਹੁਣਾਂ ਨੂੰ ਇਹ ਸਾਰੀ ਵਿੱਦਿਆ ਗ੍ਰਹਿਣ ਕਰਾਈ ਉਹਨਾਂ ਸਮਿਆਂ ਦੇ ਵਿੱਚ। ਸੋ ਇਸ ਤਰ੍ਹਾਂ ਕਰਦੇ ਕਰਦੇ ਜਦ 7 ਸਾਲ ਮਾਤਾ ਸੁੰਦਰ ਕੌਰ ਦੀ ਸੇਵਾ ਦੇ ਵਿੱਚ ਇਹਨਾਂ ਮਾਤਾ ਜੀ ਨੇ ਬਿਤਾਏ ਆ, ਫਿਰ ਉਸ ਟਾਈਮ ਪੰਜਾਬ ਦੇ ਹਾਲਾਤ ਜਦ ਥੋੜ੍ਹੇ ਜਿਹੇ ਠੀਕ ਹੋਏ ਆ ਨਾ, ਫਿਰ ਸਰਦਾਰ ਜੱਸਾ ਸਿੰਘ ਦੇ ਮਾਮਾ ਜੀ ਸਰਦਾਰ ਵਾਗ ਸਿੰਘ ਹੋਏ ਆ। ਇਹਨਾਂ ਨੇ ਫਿਰ ਮਾਤਾ ਸੁੰਦਰ ਕੌਰ ਜੀ ਤੋਂ ਵਿਦਾਇਗੀ ਲੈ ਕੇ ਪੰਜਾਬ ਆਉਣ ਦਾ ਜਿਹੜਾ ਮਨ ਆਪਣਾ ਬਣਾ ਲਿਆ ਸੀਗਾ। ਅਤੇ ਜਦੋਂ ਮਾਤਾ ਸੁੰਦਰ ਕੌਰ ਜੀ ਤੋਂ ਵਿਦਾਇਗੀ ਲਈ ਆ, ਉਸ ਟਾਈਮ ਮਾਤਾ ਸੁੰਦਰ ਕੌਰ ਜੀ ਨੇ ਸਰਦਾਰ ਜੱਸਾ ਸਿੰਘ ਨੂੰ ਇੱਕ ਗੁਰਜ ਬਖਸ਼ਿਆ, ਦੂਸਰੀ ਇੱਕ ਕਿਰਪਾਨ, ਤੀਸਰੀ ਢਾਲ, ਫਿਰ ਨਾਲ ਤੀਰ ਕਮਾਨਾਂ ਦਾ ਇੱਕ ਭੱਤਾ ਅਤੇ ਨਾਲ ਇੱਕ ਨੇਜਾ ਦਿੱਤਾ। ਇਹ ਸ਼ਸਤਰ ਦੇ ਕੇ ਇੱਕ ਪੁਸ਼ਾਕ ਜਿਹੜੀ ਸੀ ਸਰਦਾਰ ਜੱਸਾ ਸਿੰਘ ਹੁਣਾਂ ਨੂੰ ਦਿੱਤੀ ਸੀ ਅਤੇ ਨਾਲ ਮਾਤਾ ਸੁੰਦਰ ਕੌਰ ਜੀ ਨੇ ਇਹ ਵੀ ਅਸੀਸ ਜਿਹੜੀ ਸੀ ਜੱਸਾ ਸਿੰਘ ਨੂੰ ਦਿੱਤੀ ਕਿ ਭਾਈ ਤੇਰੇ ਅਤੇ ਤੇਰੀ ਸੰਤਾਨ ਦੇ ਅੱਗੇ
ਜਿੰਨੇ ਵੀ ਜਿਹੜੇ ਨੇ ਆਸ਼ਾ ਵਾਲੇ ਚੋਬਦਾਰ ਵਾ ਉਹ ਚੱਲਿਆ ਕਰਨਗੇ। ਦੇਖੋ ਕਿੱਡੀ ਭਾਰੀ ਸੀਸ ਮਾਤਾ ਸੁੰਦਰ ਕੌਰ ਜੀ ਵੀ ਤੇਰੇ ਤੇ ਤੇਰੀ ਸੰਤਾਨ ਦੇ ਅੱਗੇ ਆਸ਼ਾ ਵਾਲੇ ਚੋਬਦਾਨ ਚੱਲਿਆ ਕਰਨਗੇ। ਸੋ ਕਹਿਣ ਤੋਂ ਭਾਵ ਇਹ ਸੀਸ ਪ੍ਰਾਪਤ ਕਰਕੇ ਸਰਦਾਰ ਜੱਸਾ ਸਿੰਘ ਦੇ ਮਾਮਾ ਜੀ ਵਾਘ ਸਿੰਘ ਇਹਨਾਂ ਦੀ ਮਾਤਾ ਨੂੰ ਲੈ ਕੇ ਤੇ ਇੱਥੇ ਨਵਾਬ ਕਪੂਰ ਸਿੰਘ ਜੀ ਹੋਏ ਆ। ਉਹਨਾਂ ਦੇ ਦਰਸ਼ਨ ਕਰਨ ਜਦ ਗਏ ਆ ਤੇ ਉਸ ਟਾਈਮ ਇਹਨਾਂ ਦੀ ਮਾਤਾ ਨੇ ਜੱਸਾ ਸਿੰਘ ਆਪਣੇ ਬੇਟੇ ਨੂੰ ਲੈ ਕੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਬਸ ਕੀਰਤਨ ਦੀ ਖਿੱਚ ਐਸੀ ਸੀਗੀ ਕਿ ਨਵਾਬ ਕਪੂਰ ਸਿੰਘ ਨੂੰ ਇਹ ਜਿਹੜਾ ਬੱਚਾ ਸੀਗਾ ਸਰਦਾਰ ਜੱਸਾ ਸਿੰਘ ਭਾ ਗਿਆ ਸੀਗਾ। ਫਿਰ ਉਹਨਾਂ ਨੇ ਇਹਨਾਂ ਦੀ ਮਾਤਾ ਜੀ ਤੋਂ ਇਸ ਬੱਚੇ ਦਾ ਸਾਰਾ ਪਤਾ ਕੀਤਾ ਕਿ ਕੌਣ ਆ। ਪਰ ਜਦੋਂ ਨਵਾਬ ਕਪੂਰ ਸਿੰਘ ਨੂੰ ਪਤਾ ਕੀਤਾ ਤੇ ਇਹ ਵੀ ਪਤਾ ਲੱਗਾ ਕਿ ਸਰਦਾਰ ਜੱਸਾ ਸਿੰਘ ਜਿਹੜੇ ਇਹਨਾਂ ਦੀ ਉਮਰ ਛੋਟੀ ਆ ਪਰ ਇਹ ਸਾਰਾ ਪਰਿਵਾਰ ਜਿਹੜਾ ਸ਼ਹੀਦਾਂ ਦੇ ਵਿੱਚੋਂ ਗਿਣਿਆ ਜਾਂਦਾ ਹੈਗਾ। ਸੋ ਇਹ ਸੋਚ ਵਿਚਾਰ ਕੇ ਤੇ ਇਹਨਾਂ ਦਾ ਤੇਜ ਚਿਹਰੇ ਦਾ ਪ੍ਰਤਾਪ ਤੇ ਮਾਤਾ ਸੁੰਦਰ ਕੌਰ ਦੀਆਂ ਸੀਸਾਂ ਦਾ ਸਦਕਾ ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਗੋਦ ਲੈਣ ਦਾ ਮਨ ਬਣਾਇਆ ਤੇ ਇਹਨਾਂ ਨੇ ਇਹਦੇ ਮਾਮਾ ਜੀ ਤੇ ਮਾਤਾ ਜੀ ਦੇ ਪਾਸ ਜਿਹੜਾ ਸੀਗਾ ਇਸ ਬੱਚੇ ਨੂੰ ਗੋਦ ਲੈਣ ਲਈ ਸਰਦਾਰ ਜੱਸਾ ਸਿੰਘ ਹੁਣਾਂ ਨੇ ਆਪ ਵੀ ਜਿਹੜੀ ਸੀਗੀ ਉਹ ਬੇਨਤੀ ਕਰ ਦਿੱਤੀ। ਸੋ ਇਹਨਾਂ ਦੀ ਫਿਰ ਬੇਨਤੀ ਨੂੰ ਜਿਹੜਾ ਠਕਰਾਇਆ ਨਹੀਂ ਗਿਆ। ਸੋ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਫਿਰ ਮਾਤਾ ਪਿਤਾ ਨੇ ਇਹ ਆਗਿਆ ਦੇ ਦਿੱਤੀ। ਉਸ ਤੋਂ ਬਾਅਦ ਫਿਰ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਏ ਨਵਾਬ ਕਪੂਰ ਸਿੰਘ ਦੀ ਸਰਪ੍ਰਸਤੀ ਦੇ ਹੇਠ ਜਿਹੜੇ ਸੀਗੇ ਇਹਨਾਂ ਨੇ ਫਿਰ ਕਾਰਜ ਕਰਨਾ ਸ਼ੁਰੂ ਕਰ ਦਿੱਤਾ। ਫਿਰ ਸਭ ਤੋਂ ਪਹਿਲਾਂ ਸਰਦਾਰ ਜੱਸਾ ਸਿੰਘ ਹੁਣਾਂ ਨੇ ਇਹਨਾਂ ਨੂੰ ਖੰਡੇ ਦੀ ਪੌਲ ਦਾ ਅੰਮ੍ਰਿਤ ਛਕਾਇਆ। ਜਦ ਖੰਡੇ ਦੀ ਪੌਲ ਦਾ ਅੰਮ੍ਰਿਤ ਛਕਾਇਆ ਉਸ ਤੋਂ ਬਾਅਦ ਸੇਵਾ ਬਖਸ਼ੀ। ਇਹ ਸੇਵਾ ਜਿਹੜੀ ਸੀ ਸਰਦਾਰ ਜੱਸਾ ਸਿੰਘ ਹੁਣਾਂ ਨੇ ਬੜੇ ਚਾਅ ਦੇ ਨਾਲ ਕੀਤੀ। ਇਹਦੇ ਵਿੱਚ ਦੀਵਾਨਾਂ ਦੀ ਸੰਗਤ ਦੀ ਸੇਵਾ, ਫਿਰ ਪੱਖਾ ਝੱਲਣਾ, ਫਿਰ ਝਾੜੂ ਦੀ ਸੇਵਾ, ਫਿਰ ਭਾਂਡੇ ਮਾਂਜਣ ਦੀ ਸੇਵਾ। ਉਸ ਤੋਂ ਬਾਅਦ ਸਵੇਰ ਤੇ ਸ਼ਾਮ ਗੁਰਬਾਣੀ ਦੇ ਸ਼ਬਦ ਕੀਰਤਨ ਦੀ ਜਿਹੜੀ ਹਾਜ਼ਰੀ ਸੀਗੀ ਉਹ ਵੀ ਸਰਦਾਰ ਜੱਸਾ ਸਿੰਘ ਜਿਹੜੇ ਸੀਗੇ ਆਪਣੀ ਮਾਤਾ ਦੇ ਨਾਲ ਜਿਹੜੇ ਸੀਗੇ ਇੱਥੇ ਭਰਦੇ ਰਹੇ ਆ। ਸੋ ਉਸ ਤੋਂ ਬਾਅਦ ਫਿਰ ਸਰਦਾਰ ਜੱਸਾ ਸਿੰਘ ਹੁਣਾਂ ਨੂੰ ਨਵਾਬ ਕਪੂਰ ਸਿੰਘ ਹੁਣਾਂ ਨੇ ਘੋੜਿਆਂ ਨੂੰ ਦਾਣੇ ਪਾਉਣ ਦੀ ਸੇਵਾ ਜਿਹੜੀ ਸੀਗੀ ਉਹ ਬਖਸ਼ ਦਿੱਤੀ ਸੀ। ਜਦ ਦਾਣੇ ਪਾਉਣਿਆਂ ਦੀ ਸੇਵਾ ਜਿਹੜੀ ਸੀ ਉਹ ਸਰਦਾਰ ਜੱਸਾ ਸਿੰਘ ਹੁਣੀ ਜਿਹੜੇ ਸੀ ਘੋੜਿਆਂ ਨੂੰ ਕਰਨ ਲੱਗੇ ਤੇ ਸੇਵਾ ਦੇ ਵਿੱਚ ਕਈ ਜਥੇ ਦੇ ਜਿਹੜੇ ਸਿੰਘ ਸੀਗੇ ਸਰਦਾਰ ਜੱਸਾ ਸਿੰਘ ਹੁਣਾਂ ਨੂੰ ਪ੍ਰੇਮ ਦੇ ਨਾਲ ਛੇੜਖਾਨੀ ਕਰਕੇ ਬੁਲਾਉਣ ਲੱਗ ਪਏ। ਜਦ ਛੇੜਖਾਨੀ ਕਰਕੇ ਬਣਾਉਣ ਲੱਗੇ ਤਾਂ ਫਿਰ ਸਰਦਾਰ ਜੱਸਾ ਸਿੰਘ ਨੇ ਇਹਦੀ ਜਿਹੜੀ ਸ਼ਿਕਾਇਤ ਸੀ ਉਹਨਾਂ ਟਾਈਮਾਂ ਦੇ ਵਿੱਚ ਫਿਰ ਨਵਾਬ ਕਪੂਰ ਸਿੰਘ ਹੁਣਾਂ ਨੂੰ ਕੀਤੀ। ਪਰ ਨਵਾਬ ਕਪੂਰ ਸਿੰਘ ਹੁਣਾਂ ਨੇ ਮੁਸਕਰਾ ਕੇ ਆਖਿਆ ਸੀਗਾ ਕਿ ਪੰਥ ਦੇ ਜਿੰਨੇ ਵੀ ਸਿੰਘ ਆ ਇਹਨਾਂ ਦਾ ਗੁੱਸਾ ਨਹੀਂ ਕਰੀਦਾ ਤੇ ਜੇ ਇੱਕ ਇਹ ਪੰਥ ਦੇ ਸਿੰਘ ਘੋੜੇ ਨੂੰ ਲਿੱਧ ਚੁਕਾਉਣ ਵਾਲੇ ਨੂੰ ਨਵਾਬੀ ਦੇ ਸਕਦੇ ਆ ਤੇ ਤੈਨੂੰ ਦਾਣੇ ਪਾਉਣ ਵਾਲੇ ਨੂੰ ਪਾਤਸ਼ਾਹੀ ਕਿਉਂ ਨਹੀਂ ਦੇ ਸਕਦੇ। ਸੋ ਇਹ ਵੀ ਇੱਕ ਨਾ ਵਰਦਾਨ ਦੇ ਰੂਪ ਦੇ ਵਿੱਚ ਨਵਾਬ ਕਪੂਰ ਸਿੰਘ ਹੁਣਾਂ ਨੇ ਜੱਸਾ ਸਿੰਘ ਹੁਣਾਂ ਨੂੰ ਵਰਦਾਨ ਦੇ ਦਿੱਤਾ ਸੀਗਾ। ਸੋ ਕਹਿਣ ਤੋਂ ਭਾਵੇਂ ਆ ਉਸ ਤੋਂ ਬਾਅਦ ਫਿਰ ਨਵਾਬ ਕਪੂਰ ਸਿੰਘ ਹੁਣਾਂ ਨੇ ਸਰਦਾਰ ਜੱਸਾ ਸਿੰਘ ਹੁਣਾਂ ਨੂੰ ਇਹਦੇ ਬਾਅਦ ਹੋਰ ਕਈ ਗ੍ਰੰਥਾਂ ਦੀ ਜਿਹੜੀ ਵਿੱਦਿਆ ਸੀਗੀ ਉਹ ਵੀ ਨਾਲ ਸਿਖਾਉਣੀ ਸ਼ੁਰੂ ਕਰ ਦਿੱਤੀ। ਪਰ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਹਾਲਾਤ ਸੀਗੇ ਉਹ ਇੰਨੇ ਖਰਾਬ ਸੀਗੇ ਕਿ ਇਹਦੇ ਵਿੱਚੋਂ ਜਿਹੜਾ ਅਬਦੁਲ ਸਮੁੰਦ ਖਾਂ ਸੀਗਾ ਜਿਹਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਟਾਈਮਾਂ ਦੇ ਵਿੱਚ ਕੈਦ ਕਰਕੇ ਸ਼ਹੀਦ ਕਰ ਦਿੱਤਾ ਸੀਗਾ, ਉਹਦਾ ਵੀ ਜਿਹੜਾ ਹੈ ਨਾ ਜ਼ਬਰ ਤੇ ਜ਼ੁਲਮ ਸੀਗਾ ਉਹ ਵੀ ਕਾਫੀ ਭਖਿਆ ਹੋਇਆ ਸੀਗਾ। ਸੋ ਅਬਦੁਲ ਸਮੁੰਦ ਖਾਂ ਨੇ ਉਸ ਟਾਈਮ ਇੱਕ ਸ਼ਾਹੀ ਫਰਮਾਨ ਜਾਰੀ ਕੀਤਾ, ਉਹ ਬੜੀ ਸਖਤੀ ਕਰ ਦਿੱਤੀ। ਇਹਦੇ ਵਿੱਚ ਉਹਨੇ ਇਹ ਕਿਹਾ ਹੈਗਾ ਕਿ ਗੁਰੂ ਨਾਨਕ ਸਾਹਿਬ ਦੇ ਧਰਮ ਨੂੰ ਮੰਨਣ ਵਾਲੇ ਜਿਹੜੇ ਸਿੱਖ ਵਾ ਨਾ ਉਹਨਾਂ ਦਾ ਸਿਰ ਜਿਹੜਾ ਕਲਮ ਕਰਕੇ ਲਿਆਊਗਾ ਉਹਨੂੰ ਭਾਰੀ ਇਨਾਮ ਦਿੱਤਾ ਜਾਊਗਾ। ਤੇ ਇਹਨਾਂ ਟਾਈਮਾਂ ਦੇ ਵਿੱਚ ਫਿਰ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋਈ ਆ। ਇਸ ਤੋਂ ਬਾਅਦ ਫਿਰ ਨਾਦਰ ਸ਼ਾਹ ਦੇ ਹਮਲੇ ਵੀ ਇਹਨਾਂ ਟਾਈਮਾਂ 'ਚ ਹੋਇਆ। ਫਿਰ ਜ਼ਕਰੀਆ ਖਾਨ ਦੀਆਂ ਸਖਤੀਆਂ ਵੀ ਇਹਨਾਂ ਸਮੇਂ 'ਤੇ ਹੋਈਆਂ। ਫਿਰ ਮੱਸੇ ਰੰਗੜ ਦਾ ਜਿਹੜਾ ਸਿਰ ਵੀ ਆ ਉਹ ਸਿੰਘਾਂ ਨੇ ਇਹਨਾਂ ਟਾਈਮਾਂ ਦੇ ਵਿੱਚ ਜਿਹੜਾ ਸੀਗਾ ਉਹ ਦਰਬਾਰ ਸਾਹਿਬ ਵੱਢਿਆ ਸੀਗਾ। ਉਸ ਤੋਂ ਬਾਅਦ ਜਦ ਮੁਗਲਾਂ ਨੇ ਇਹ ਐਲਾਨ ਕਰ ਦਿੱਤਾ ਸੀਗਾ ਕਿ ਸਿੱਖਾਂ ਦਾ ਖੋਰਾ ਖੋਜ ਮਿਟਾ ਦਿੱਤਾ ਗਿਆ, ਫਿਰ ਉਸ ਟਾਈਮ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਸ਼ਹੀਦੀ ਵੀ ਇਹਨਾਂ ਟਾਈਮਾਂ ਦੇ ਵਿੱਚ ਹੋਈ ਆ। ਇਹਨਾਂ ਟਾਈਮਾਂ ਦੇ ਵਿੱਚ ਫਿਰ ਛੋਟਾ ਜਿਹੜਾ ਘੱਲੂਘਾਰਾ ਸੀ ਉਹ ਹੋਇਆ ਸੀਗਾ। ਇਸ ਛੋਟੇ ਘੱਲੂਘਾਰੇ ਦੇ ਫਿਰ ਜੱਸਾ ਸਿੰਘ ਹੋਣਾ ਨੇ ਵੀ ਜਿਹੜਾ ਸੀਗਾ ਵੈਰੀਆਂ ਦਾ ਜਿਹੜਾ ਸੀ ਉਹ ਡਟ ਕੇ ਮੁਕਾਬਲਾ ਕੀਤਾ ਸੀਗਾ। ਇਹਦੇ ਨਾਲ ਫਿਰ ਅਫਗਾਨੀਆਂ ਦਾ ਟਾਕਰਾ ਕੀਤਾ, ਫਿਰ ਦੀਨਾ ਬੇਗ ਦੇ ਨਾਲ ਟੱਕਰ ਲਈ, ਫਿਰ ਮੀਰ ਮੰਨੂ ਦੀਆਂ ਸਖਤੀਆਂ ਇਹਨਾਂ ਟਾਈਮਾਂ ਦੇ ਵਿੱਚ ਚੱਲੀਆਂ ਸੀਗੀਆਂ। ਫਿਰ ਉਸ ਟਾਈਮ ਸਰਦਾਰ ਜੱਸਾ ਸਿੰਘ ਹੋਣਾ ਨੇ ਜਿਹੜੇ ਸੀਗੇ ਇਸ ਸਮੇਂ ਦੀ ਹਾਲਾਤ ਜਿਹੜੇ ਇੰਨੇ ਨਾਜ਼ੁਕ ਸੀਗੇ
ਬੜੀ ਬਹਾਦਰੀ ਦੇ ਨਾਲ ਜਿਹੜੇ ਸੀਗੇ ਇਹ ਆਪਣੇ ਸੂਰਬੀਰ ਵੱਲ ਦੇ ਉੱਤੇ ਦੁਸ਼ਮਣ ਨੂੰ ਜਿਹੜਾ ਸੀਗਾ ਉਸ ਟਾਈਮ ਫਿਰ ਠੱਲ ਪਾਈ ਆ। ਇਹਨਾਂ ਦੀ ਜਿਹੜੀ ਹੈ ਨਾ ਇਹ ਬਹਾਦਰੀ ਜਾਂ ਸੂਰਬਤੀ ਸੀਗੀ ਇੱਥੇ ਨਹੀਂ, ਉਹਨਾਂ ਟਾਈਮਾਂ ਦੇ ਵਿੱਚ 1762 ਈਸਵੀ ਦੇ ਵਿੱਚ ਜਦ ਵੱਡਾ ਘੱਲੂਘਾਰਾ ਹੋਇਆ, ਇਹਦੇ ਵਿੱਚ ਬੜਾ ਘਮਸਾਨ ਦਾ ਯੁੱਧ ਹੋਇਆ ਸੀਗਾ। ਇਸ ਯੁੱਧ ਦੇ ਵਿੱਚ ਫਿਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਜਿਹੜੇ ਸੀਗੇ ਉਹ ਸੂਰਬਤੀ ਦੇ ਜਿਹੜੇ ਜੌਹਰ ਦਿਖਾਲੇ ਆ। ਜਦ ਇਹਨਾਂ ਨੇ ਬਹੁਤ ਹੀ ਜਿਹੜਾ ਡਟ ਕੇ ਮੁਕਾਬਲਾ ਸ਼ਤਰੂਆਂ ਦਾ ਕੀਤਾ, ਉਸ ਟਾਈਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਦੇ ਉੱਤੇ 22 ਫੱਟ ਲੱਗੇ ਸੀਗੇ। ਇਹ ਫੱਟ ਵੀ ਬੜੇ ਡੂੰਘੇ ਸੀਗੇ। ਸੋ ਇਹਨਾਂ ਦੀ ਇਹ ਸਾਰੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਪੰਥ ਨੇ ਫਿਰ ਉਸ ਟਾਈਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਅਕਾਲ ਤਖਤ ਦਾ ਪਹਿਲਾਂ ਜਥੇਦਾਰ ਬਣਾਇਆ ਸੀਗਾ। ਜਦ ਜਥੇਦਾਰ ਬਣਾਇਆ ਹੈ ਨਾ, ਅਤੇ ਜਥੇਦਾਰ ਬਣਾਉਣ ਤੋਂ ਬਾਅਦ ਫਿਰ ਸਮਾਂ ਇੱਦਾਂ ਦਾ ਆਇਆ ਕਿ ਫਿਰ ਨਵਾਬ ਕਪੂਰ ਸਿੰਘ ਹੋਣਾ ਨੇ ਹੈ ਨਾ, ਫਿਰ ਸਰਦਾਰ ਜੱਸਾ ਸਿੰਘ ਹੋਣਾ ਨੂੰ ਜਿੰਨਾ ਵੀ ਉਹਨਾਂ ਦੇ ਜੀਵਨ ਦੇ ਵਿੱਚ ਜੋ ਵੀ ਉਹਨਾਂ ਦੇ ਕੋਲ ਕਲਾ ਸੀਗੀ, ਸਿੱਖਿਆ ਸੀਗੀ, ਵਰਦਾਨ ਸੀ, ਸ਼ਸਤਰ ਵਿੱਦਿਆ ਸੀ, ਸਾਰੀ ਹੀ ਜੱਸਾ ਸਿੰਘ ਆਹਲੂਵਾਲੀਆ ਨੂੰ ਉਹਨੇ ਦਿੱਤੀ ਸੀਗੀ। ਫਿਰ ਨਵਾਬ ਕਪੂਰ ਸਿੰਘ ਤੋਂ ਬਾਅਦ ਪੰਥ ਨੇ ਹਰ ਪ੍ਰਕਾਰ ਦੇ ਯੋਗ, ਰਾਜਸੀ ਅਤੇ ਧਾਰਮਿਕ ਖੇਤਰ ਦੇ ਜਥੇਦਾਰ ਅਤੇ ਨਵਾਬੀ ਦਾ ਖਿਤਾਬ ਇਹ ਵੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਜਿਹੜਾ ਸੀ ਪੰਥ ਨੇ ਦੇ ਦਿੱਤਾ ਸੀ। ਤਾਂ ਫਿਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇਹ ਧਰਮ ਦੇ ਧੁਜਾ ਜਿਹੜੇ ਸੀਗੇ ਪੱਕੇ ਤੌਰ 'ਤੇ ਬਣ ਗਏ ਸੀ। ਜਦੋਂ ਫਿਰ ਇਹ ਪੱਕੇ ਤੌਰ 'ਤੇ ਜਿਹੜੇ ਸੀਗੇ ਇਹ ਮੇਨ ਜੋ ਪੰਥ ਦੇ ਸਰਮੌਰ ਜਰਨੈਲ ਬਣੇ, ਉਸ ਤੋਂ ਬਾਅਦ ਫਿਰ ਇਹਨਾਂ ਨੇ ਪਹਿਲਾ ਕੰਮ ਕੀਤਾ ਕਿ ਇਹਨਾਂ ਨੇ ਪਹਿਲਾਂ ਅੰਮ੍ਰਿਤ ਛਕਾਉਣ ਦੀ ਜਿਹੜੀ ਸੇਵਾ ਸੀ ਉਹ ਕਰਨੀ ਸ਼ੁਰੂ ਕਰ ਦਿੱਤੀ। ਇਹਦੇ ਵਿੱਚ ਅੰਮ੍ਰਿਤ ਛਕਾਉਣ ਲੱਗੇ ਪੰਜਾਂ ਕਕਾਰਾਂ ਦੀ ਜਿਹੜੀ ਮੁਫਤ ਸੇਵਾ ਸੀਗੀ ਇਹ ਸਰਦਾਰ ਜੱਸਾ ਸਿੰਘ ਹੁਣਾਂ ਨੇ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਜਿਹੜੇ ਗੁਰਸਿੱਖ ਪਿਆਰੇ ਅੰਮ੍ਰਿਤ ਛਕਦੇ ਸੀ ਉਹਨਾਂ ਦੀ ਮਾਲੀ ਸਹਾਇਤਾ ਵੀ ਜਿਹੜੇ ਸਰਦਾਰ ਜੱਸਾ ਸਿੰਘ ਜਿਹੜੇ ਸੀ ਉਹਨਾਂ ਨੂੰ ਕਰਨ ਦਾ ਵਚਨ ਦਿੱਤਾ ਸੀਗਾ ਅਤੇ ਉਹਨਾਂ ਦੀ ਮਾਲੀ ਸਹਾਇਤਾ ਕਰਦੇ ਸੀਗੇ ਅਤੇ ਉਹਨਾਂ ਦੀ ਰਖਵਾਲੀ ਦੇ ਜਿਹੜੇ ਵਚਨ ਸੀਗੇ ਇਹ ਵੀ ਸਰਦਾਰ ਜੱਸਾ ਸਿੰਘ ਹੁਣਾਂ ਨੇ ਦਿੱਤੇ ਸੀਗੇ, ਜਿਸ ਕਰਕੇ ਅੰਮ੍ਰਿਤ ਦੀ ਲਹਿਰ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਸੀ ਬਹੁਤ ਜ਼ੋਰ ਫੜ ਗਈ। ਸੋ ਇੰਨੀ ਜ਼ੋਰ ਬਣੀ ਕਿ ਪਟਿਆਲੇ ਜਿਹੜੇ ਸੀਗੇ ਪਟਿਆਲੇ ਮਹਾਰਾਜਾ ਅਮਰ ਸਿੰਘ ਇਹਨਾਂ ਨੇ ਵੀ ਇਸ ਪ੍ਰਭਾਵਿਤ ਹੋ ਕੇ ਸਰਦਾਰ ਜੱਸਾ ਸਿੰਘ ਹੁਣਾਂ ਤੋਂ ਅੰਮ੍ਰਿਤ ਛਕ ਲਿਆ ਸੀਗਾ। ਅਤੇ ਉਸ ਟਾਈਮ ਜਿਹੜੇ ਆਲਾ ਸਿੰਘ ਸੀਗੇ ਜਿਨ੍ਹਾਂ ਦੇ ਕੋਲ ਜਿਹੜੀ ਰਾਜਨੀਤੀ ਦਾ ਬੜਾ ਗਹਿਰਾ ਗਿਆਨ ਸੀਗਾ, ਸੋ ਪੰਥ ਦੇ ਜਿਹੜੇ ਹੈ ਨਾ ਕੁਛ ਸੂਰਬੀਰ ਯੋਧੇ ਸੀ ਉਹਨਾਂ ਦੀ ਸਰਦਾਰ ਆਲਾ ਸਿੰਘ ਹੁਣਾਂ ਦੇ ਨਾਲ ਥੋੜ੍ਹੀ ਨਾਰਾਜ਼ਗੀ ਸੀਗੀ। ਇਸ ਨਾਰਾਜ਼ਗੀ ਨੂੰ ਵੀ ਜਿਹੜੇ ਸੀ ਸਰਦਾਰ ਜੱਸਾ ਸਿੰਘ ਹੁਣਾਂ ਨੇ ਜਿਹੜੇ ਸੀ ਉਹ ਬੜੇ ਸਹਿਜ ਤਰੀਕੇ ਦੇ ਨਾਲ ਬਹੁਤ ਸੋਹਣੇ ਢੰਗ ਦੇ ਨਾਲ ਜਿਹੜਾ ਸੀ ਉਹ ਬਾਕੀ ਜਿੰਨੇ ਜਰਨੈਲ ਸੀਗੇ ਉਹਨਾਂ ਨੂੰ ਸਰਦਾਰ ਆਲਾ ਸਿੰਘ ਦੇ ਨਾਲ ਜਿਹੜਾ ਸੀ ਉਹ ਸਹਿਮਤ ਕਰਾ ਦਿੱਤਾ ਸੀਗਾ। ਅਤੇ ਇਹਦੇ ਵਿੱਚ ਸਰਦਾਰ ਆਲਾ ਸਿੰਘ ਹੁਣਾਂ ਨੇ ਵੀ ਜਿਹੜਾ ਸੀ ਅੰਮ੍ਰਿਤ ਛਕ ਲਿਆ ਸੀਗਾ। ਅਤੇ ਅੱਗੇ ਜਿਹੜੇ ਧੀਰ ਮਲੀਏ ਸੀ ਜਿਨ੍ਹਾਂ ਨੂੰ ਪੰਥ ਦੇ ਵਿੱਚੋਂ ਜਿਹੜਾ ਉਹਨਾਂ ਟਾਈਮਾਂ ਦੇ ਵਿੱਚ ਮਹਾਰਾਜ ਨੇ ਕਿਹਾ ਸੀਗਾ ਕਿ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਮਿਲਵਰਤਨ ਨਹੀਂ ਕਰਨਾ, ਸੋ ਇਹਨਾਂ ਧੀਰ ਮਲੀਆਂ ਦੇ ਵਿੱਚੋਂ ਸੋਢੀ ਗੁਲਾਬ ਸਿੰਘ ਹੋਏ ਆ। ਉਹਨਾਂ ਨੇ ਵੀ ਆ ਕੇ ਜਿਹੜੇ ਸੀ ਜੱਸਾ ਸਿੰਘ ਅੱਗੇ ਅੰਮ੍ਰਿਤ ਛਕਣ ਦੀ ਜਿਹੜੀ ਸੀ ਆਪਣੀ ਬੇਨਤੀ ਕੀਤੀ ਸੀ। ਅਤੇ ਪਰ ਜਦ ਪੰਥ ਨੇ ਕਿਹਾ ਸੀਗਾ ਕਿ ਤੁਹਾਡੇ ਨਾਲ ਗੁਰੂ ਸਾਹਿਬ ਨੇ ਇਹ ਕਿਹਾ ਕਿ ਤੁਹਾਡੇ ਨਾਲ ਸਾਡਾ ਮਿਲਵਰਤਨ ਨਹੀਂ, ਪਰ ਗੁਲਾਬ ਸਿੰਘ ਨੇ ਆਖਿਆ ਸੀਗਾ ਕਿ ਗੁਰੂ ਬਖਸ਼ਣਯੋਗ ਆ ਅਤੇ ਅਗਰ ਤੁਸੀਂ ਮੈਨੂੰ ਅੰਮ੍ਰਿਤ ਛਕਾ ਦੋਗੇ ਤਾਂ ਮੈਂ ਜਿਹੜਾ ਸੀਗਾ ਉਹ ਸਦਾ ਹੀ ਆਪਦਾ ਰਿਣੀ ਰਹਾਂਗਾ। ਸੋ ਇਸ ਗੱਲ ਨੂੰ ਵੀ ਸਰਦਾਰ ਜੱਸਾ ਸਿੰਘ ਹੁਣਾਂ ਨੇ ਹੈ ਨਾ ਬੜੀ ਬਰੀਕੀ ਨਾਲ ਸਮਝਿਆ ਸੀਗਾ। ਉਸ ਟਾਈਮ 'ਤੇ ਸੋਢੀ ਗੁਲਾਬ ਸਿੰਘ ਹੁਣਾਂ ਨੂੰ ਵੀ ਅੰਮ੍ਰਿਤ ਛਕਾ ਕੇ ਜਿਹੜਾ ਸੀਗਾ ਉਹ ਪੰਥ ਦੇ ਵਿੱਚ ਜਿਹੜਾ ਸੀਗਾ ਉਹ ਸ਼ਾਮਲ ਕਰ ਲਿਆ ਸੀਗਾ ਅਤੇ ਨਾਲ ਹਦਾਇਤਾਂ ਕਰ ਦਿੱਤੀਆਂ ਸੀਗੀਆਂ ਕਿ ਤੁਸੀਂ ਸੰਗਤ ਦੀ ਸੇਵਾ ਕਰਨੀ ਆ, ਇਸ ਸੇਵਾ ਦੇ ਵਿੱਚ ਆਪਣਾ ਆਪ ਜਣਾਉਣਾ ਨਹੀਂ ਆ, ਅਤੇ ਸਦਾ ਜਦੋਂ ਤੁਸੀਂ ਆਪਣੇ ਆਪ ਨੂੰ ਭੁਲਾ ਕੇ ਸੰਗਤ ਦੀ ਸੇਵਾ ਕਰੋਗੇ ਅਤੇ ਗੁਰੂ ਤੁਹਾਡੇ ਅੰਗ ਸੰਗ ਰਹੇਗਾ। ਸੋ ਇਹ ਹੈ ਨਾ ਸਰਦਾਰ ਜੱਸਾ ਸਿੰਘ ਹੁਣਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸੀਗਾ ਉਹ ਪੰਥ ਦੇ ਅੱਗੇ ਚੰਗੇ ਰਾਜਨੀਤਿਕ ਗੁਣਾਂ ਕਰਕੇ, ਸੰਤ ਸੁਭਾਅ ਕਰਕੇ ਜਾਂ ਚੰਗੇ ਯੋਧੇ ਕਰਕੇ ਆਪਣੇ ਆਪ ਦੀ ਜਿਹੜੀ ਪਛਾਣ ਸੀ ਉਹ ਸਾਰਿਆਂ ਦੇ ਅੱਗੇ ਰੱਖੀ ਸੀ। ਸੋ ਇਹਨਾਂ ਦਾ ਤੇਜ ਪ੍ਰਤਾਪ ਦੇਖ ਕੇ ਉਹਨਾਂ ਟਾਈਮਾਂ ਦੇ ਵਿੱਚ ਇੱਕ ਅਦੀਨਾ ਬੇਗ ਜਿਹੜੇ ਜਲੰਧਰ ਦੇ ਸੂਬੇਦਾਰ ਸੀਗੇ ਇਹਨਾਂ ਨੇ ਸਰਦਾਰ ਜੱਸਾ ਸਿੰਘ ਹੁਣਾਂ ਨੂੰ ਇੱਕ ਪੱਤਰ ਭੇਜਿਆ ਸੀਗਾ। ਉਸ ਪੱਤਰ ਦੇ ਵਿੱਚ ਇਹ ਪੇਸ਼ਕਸ਼ ਕੀਤੀ ਸੀ ਕਿ ਆਪਾਂ ਸਾਰੇ ਰਲ ਕੇ ਇੱਕ ਸਾਂਝਾ ਰਾਜ ਬਣਾਈਏ। ਜਦ ਇਹ ਜਿਹੜਾ ਸੀ ਪੱਤਰ ਅਦੀਨਾ ਬੇਗ ਦਾ ਜੱਸਾ ਸਿੰਘ ਹੁਣਾਂ ਤੱਕ ਪਹੁੰਚਿਆ ਸੀਗਾ, ਜੱਸਾ ਸਿੰਘ ਨੇ ਇਹ ਜਿਹੜੀ ਪੱਤਰਕਾ ਸੀ ਠੁਕਰਾ ਦਿੱਤੀ ਸੀ ਅਤੇ ਨਾਲੇ ਕਹਿ ਦਿੱਤਾ ਸੀਗਾ ਕਿ ਖਾਲਸਾ ਜਦ ਵੀ ਰਾਜ ਲਵੇਗਾ ਨਾ ਆਪਣੇ ਬਲ ਬੂਤੇ 'ਤੇ ਲਏਗਾ, ਸਾਨੂੰ ਕਿਸੇ ਦੇ ਨਾਲ ਜਿਹੜਾ ਸਾਨੂੰ ਕੋਈ ਸਮਝੌਤਾ ਕਰਨ ਦੀ ਲੋੜ ਨਹੀਂ ਹੈ। ਜਦੋਂ ਪੂਰਨ ਤੌਰ 'ਤੇ ਠੁਕਰਾਤਾ ਗਿਆ ਸੀਗਾ ਉਸ ਤੋਂ ਬਾਅਦ ਫਿਰ ਸਰਦਾਰ ਜੱਸਾ ਸਿੰਘ ਹੁਣਾਂ ਦੇ ਨਾਲ ਬਹੁਤ ਸਾਰੇ ਜਿਹੜੇ ਸਿੰਘ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਜੁੜੇ ਸੀਗੇ
ਬੜਾ ਭਾਰੀ ਜਿਹੜਾ ਦਲ ਸੀਗਾ ਆਹਲੂਵਾਲੀਆਂ ਦਾ, ਇਹ ਫਿਰ ਉਸ ਟਾਈਮ ਖੜਾ ਹੋ ਗਿਆ ਸੀਗਾ। ਇਹਦੇ ਵਿੱਚ ਸਰਦਾਰ ਜੱਸਾ ਸਿੰਘ ਹੁਣਾਂ ਨੇ ਪਹਿਲਾਂ ਸਰਹੰਦ ਨੂੰ ਫਤਿਹ ਕੀਤਾ ਸੀਗਾ। ਸਰਹੰਦ ਦੇ ਉੱਤੇ ਉਸ ਟਾਈਮ ਜ਼ੈਨ ਖਾਂ ਜਿਹੜਾ ਅਬਦਾਲੀ ਦਾ ਗਵਰਨਰ ਸੀਗਾ, ਜਿਹਨੇ ਅਬਦਾਲੀ ਨੇ ਉਹਨੂੰ ਗਵਰਨਰ ਨਿਯੁਕਤ ਕੀਤਾ ਸੀ ਸਰਹੰਦ ਦਾ, ਉਸ ਜੰਗ ਦੇ ਵਿੱਚ ਮਾਰਿਆ ਗਿਆ। ਜਦੋਂ ਮਾਰਿਆ ਗਿਆ ਸਰਹੰਦ ਫਤਿਹ ਹੋਈ ਆ। ਸਰਹੰਦ ਦੇ ਨਾਲ ਦੇ ਜਿੰਨੇ ਸ਼ਹਿਰ ਸੀਗੇ ਇਹ ਸਾਰੇ ਹੀ ਸਰਦਾਰ ਜੱਸਾ ਸਿੰਘ ਹੁਣਾਂ ਨੇ ਖਾਲਸੇ ਰਾਜ ਦੇ ਵਿੱਚ ਮਿਲਾਤੇ ਸੀ। ਉਹਨਾਂ ਟਾਈਮਾਂ ਦੇ ਵਿੱਚ ਫਿਰ 9 ਲੱਖ ਰੁਪਈਆ ਜਿਹੜਾ ਸੀਗਾ ਇਸ ਜੰਗ ਦੇ ਵਿੱਚੋਂ ਸਰਦਾਰ ਜੱਸਾ ਸਿੰਘ ਨੂੰ ਵਸੂਲੀ ਹੋਈ ਸੀ। ਅਤੇ ਫਿਰ ਸਰਦਾਰ ਜੱਸਾ ਸਿੰਘ ਹੁਣਾਂ ਨੇ ਜਦ 9 ਲੱਖ ਰੁਪਈਆ ਲੈ ਕੇ ਅੰਮ੍ਰਿਤਸਰ ਪਹੁੰਚੇ ਆ, ਇੱਥੇ ਇਹਨਾਂ ਨੇ ਇੱਕ ਚਾਦਰ ਵਿਛਾਈ ਆ। ਚਾਦਰ ਦੇ ਵਿੱਚ ਕਹਿਤਾ ਹੈਗਾ ਕਿ ਦਰਬਾਰ ਸਾਹਿਬ ਦੀ ਜਿਹੜੀ ਬੁੰਗਿਆਂ ਦੀ ਹਾਲਤ ਬੜੀ ਖਸਤਾ ਹੈਗੀ ਆ, ਦਰਬਾਰ ਸਾਹਿਬ ਦੀ ਹਾਲਤ ਬੜੀ ਖਸਤਾ ਹੈਗੀ ਆ। ਸੋ ਇਸ ਕਰਕੇ ਇਸ ਸਾਰੀ ਇਮਾਰਤ ਦੀ ਦੁਬਾਰਾ ਕਾਰ ਸੇਵਾ ਕਰਾਉਣ ਵਾਸਤੇ ਮਾਇਆ ਦੀ ਜ਼ਰੂਰਤ ਆ। ਅਤੇ ਇਹ ਚਾਦਰ ਵਿਛਾ ਕੇ ਜੱਸਾ ਸਿੰਘ ਹੁਣਾਂ ਨੇ ਸਭ ਤੋਂ ਪਹਿਲਾਂ 9 ਲੱਖ ਰੁਪਈਆ ਉੱਤੇ ਰੱਖਿਆ ਸੀਗਾ। ਬਸ ਉਸ ਤੋਂ ਬਾਅਦ ਬਾਕੀ ਜਿੰਨੇ ਹੋਰ ਸਰਦਾਰ ਸੀ ਸਾਰਿਆਂ ਨੇ ਜਿਹੜੇ ਸੀ ਥੋੜ੍ਹੇ ਥੋੜ੍ਹੇ ਕਰਕੇ ਜਦ ਹੋਰ ਮਾਇਆ ਰੱਖੀ ਅਤੇ 5 ਲੱਖ ਰੁਪਈਆ 9 ਲੱਖ ਤੋਂ ਇਲਾਵਾ ਹੋਰ ਜੁੜਿਆ ਸੀਗਾ। ਇਸ ਤੋਂ ਬਾਅਦ ਫਿਰ ਇਹ ਸਾਰੀ ਮਾਇਆ ਜਿਹੜੀ ਸੀ ਸਰਦਾਰ ਜੱਸਾ ਸਿੰਘ ਆਹਲੂਵਾਲਿਆਂ ਨੇ ਭਾਈ ਦੇਸਾ ਰਾਜ ਹੋਏ ਇੱਕ ਵਿਧੀ ਚੰਦੀਏ, ਉਹਨਾਂ ਨੂੰ ਦਰਬਾਰ ਸਾਹਿਬ ਦੀ ਕਾਰ ਸੇਵਾ ਕਰਾਉਣ ਵਾਸਤੇ ਸਾਰੀ ਮਾਇਆ ਜਿਹੜੀ ਸੀ ਉਹ ਬਖਸ਼ ਦਿੱਤੀ ਸੀਗੀ। ਉਸ ਤੋਂ ਬਾਅਦ ਫਿਰ ਦੂਜਾ ਜਿਹੜਾ ਹਮਲਾ ਸੀਗਾ ਉਹ ਸਰਦਾਰ ਜੱਸਾ ਸਿੰਘ ਹੁਣਾਂ ਨੇ ਫਿਰ ਲਾਹੌਰ 'ਤੇ ਕੀਤਾ ਸੀਗਾ। ਜਦ ਲਾਹੌਰ 'ਤੇ ਜਿਹੜਾ ਸੀਗਾ ਇਹ ਕੀਤਾ, ਉਸ ਤੋਂ ਬਾਅਦ ਫਿਰ ਲਾਹੌਰ ਜਦ ਸਰਦਾਰ ਜੱਸਾ ਸਿੰਘ ਹੁਣਾਂ ਨੇ ਜਿਹੜਾ ਸੀ ਕਬਜ਼ੇ ਵਿੱਚ ਲਿਆ ਹੈਗਾ। ਲਾਹੌਰ 'ਤੇ ਕਬਜ਼ਾ ਕਰਨ ਤੋਂ ਬਾਅਦ ਲਾਹੌਰ ਦੇ ਜਿੰਨੇ ਵੀ ਇਲਾਕੇ ਸੀਗੇ ਜਦੋਂ ਫਿਰ ਇਹ ਖਾਲਸਾ ਰਾਜ 'ਤੇ ਮਿਲੇ ਆ, ਉਸ ਤੋਂ ਬਾਅਦ ਫਿਰ ਪੰਥ ਨੇ ਸਰਦਾਰ ਜੱਸਾ ਸਿੰਘ ਹੁਣਾਂ ਨੂੰ ਸੁਲਤਾਨ ਉਲ ਕੌਮ ਦੀ ਉਪਾਧੀ ਦੇ ਨਾਲ ਸਨਮਾਨਿਤ ਕੀਤਾ। ਸੋ ਇਹ ਜਿਹੜੀ ਉਪਾਧੀ ਆ ਸੁਲਤਾਨ ਉਲ ਕੌਮ, ਇਹ ਸਰਦਾਰ ਜੱਸਾ ਸਿੰਘ ਹੁਣਾਂ ਨੂੰ ਪ੍ਰਾਪਤ ਹੋਈ ਆ। ਉਸ ਤੋਂ ਬਾਅਦ ਫਿਰ ਸਰਦਾਰ ਜੱਸਾ ਸਿੰਘ ਹੁਣਾਂ ਨੇ ਇੱਕ ਖਾਲਸੇ ਦਾ ਸਿੱਕਾ ਤਿਆਰ ਕੀਤਾ ਸੀਗਾ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਨੇ ਇੱਕ ਸਿੱਕਾ ਤਿਆਰ ਕੀਤਾ ਸੀ ਆਪਣੇ ਰਾਜ ਦੇ ਵਿੱਚ, ਉਸ ਤੋਂ ਬਾਅਦ ਫਿਰ ਸਰਦਾਰ ਜੱਸਾ ਸਿੰਘ ਹੁਣਾਂ ਨੇ ਵੀ ਇੱਕ ਸਿੱਕਾ ਤਿਆਰ ਕੀਤਾ। ਇਸ ਸਿੱਕੇ 'ਤੇ ਲਿਖਿਆ ਸੀਗਾ ਕਿ ਸਿੱਖਾ ਦਰ ਜਹਾਂ ਬਫਜ਼ਲੇ ਅਕਾਲ ਮੁਲਕੇ ਅਹਿਮਦ ਗਰਫਤ ਜੱਸਾ ਕਲਾਲ, ਇਸ ਸਿੱਕੇ ਦੇ ਉੱਤੇ ਲਿਖਿਆ ਗਿਆ ਸੀ। ਇਸ ਤੋਂ ਬਾਅਦ ਫਿਰ ਸਰਦਾਰ ਜੱਸਾ ਸਿੰਘ ਹੁਣਾਂ ਦੀ ਜਿਹੜੀ ਚੜ੍ਹਤ ਸੀਗੀ ਉਹ ਹੋਰ ਵੀ ਜ਼ਿਆਦਾ ਜਿਹੜੀ ਸੀ ਪੂਰੇ ਹਿੰਦੁਸਤਾਨ ਦੇ ਅੰਦਰ ਜਿਹੜੀ ਸੀ ਉਹ ਫੈਲਣੀ ਸ਼ੁਰੂ ਹੋਈ ਆ। ਇਸ ਤੋਂ ਬਾਅਦ ਫਿਰ ਸਰਦਾਰ ਜੱਸਾ ਸਿੰਘ ਹੁਣਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਕੈਂਪ ਦੇ ਵਿੱਚੋਂ 22,000 ਜਿਹੜੀਆਂ ਹਿੰਦੂਆਂ ਦੀਆਂ ਇਸਤਰੀਆਂ ਸੀਗੀਆਂ ਉਹਨਾਂ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਕੈਂਪਾਂ ਦੇ ਵਿੱਚੋਂ ਆਜ਼ਾਦ ਕਰਾਇਆ ਸੀਗਾ। ਇੱਥੇ ਹੀ ਵਸ ਨਹੀਂ ਆ। ਇਸਤਰੀਆਂ ਦਾ ਸਨਮਾਨ ਸਰਦਾਰ ਜੱਸਾ ਸਿੰਘ ਹੁਣਾਂ ਦੇ ਮਨ ਦੇ ਵਿੱਚ ਇੰਨਾ ਸੀਗਾ ਕਿ ਇੱਕ ਵਾਰ ਇੱਕ ਜੰਗ ਦੇ ਵਿੱਚ ਜਹਾਨ ਖਾਨ ਦਾ ਜਦ ਟਾਕਰਾ ਹੋਇਆ ਸੀ, ਜਿਹੜਾ ਅਬਦਾਲੀ ਦਾ ਜਰਨੈਲ ਸੀਗਾ, ਅਤੇ ਉਸ ਟੱਕਰੇ ਵਿੱਚ ਜਹਾਨ ਖਾਨ ਜਿਹੜਾ ਸੀਗਾ ਉਹ ਘੋੜਾ ਦੇ ਵਿੱਚੋਂ ਜਿਹੜਾ ਸੀਗਾ ਉਹ ਆਪਣੀ ਬੇਗਮ ਨੂੰ ਛੱਡ ਕੇ ਨੱਠ ਗਿਆ ਸੀਗਾ। ਜਦ ਆਪਣੀ ਜਾਨ ਬਚਾ ਕੇ ਨੱਠਾ ਅਤੇ ਇਹਦੀ ਜਿਹੜੀ ਬੇਗਮ ਸੀਗੀ ਉਹ ਇਕੱਲੀ ਰਹਿ ਗਈ ਸੀ ਇਸ ਦੇ ਕੋਲ। ਜਦ ਇਕੱਲੀ ਰਹਿ ਗਈ ਤਾਂ ਫਿਰ ਇਸ ਬੇਗਮ ਨੂੰ ਸਰਦਾਰ ਜੱਸਾ ਸਿੰਘ ਹੁਣਾਂ ਨੇ ਆਪਣੇ ਪਾਸ ਸੱਦ ਕੇ ਇਹ ਪੁੱਛਿਆ ਸੀਗਾ ਕਿ ਤੁਸੀਂ ਦੱਸੋ ਕਿ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ। ਸੋ ਫਿਰ ਉਸ ਟਾਈਮ ਜਹਾਨ ਖਾਨ ਦੀ ਜਿਹੜੀ ਬੇਗਮ ਸੀ ਉਹਨੇ ਜੱਸਾ ਸਿੰਘ ਆਹਲੂਵਾਲਾ ਨੂੰ ਕਿਹਾ ਸੀਗਾ ਕਿ ਜੰਮੂ ਦੇ ਰਾਜੇ ਦੀ ਇੱਕ ਰਾਣੀ ਆ, ਉਹ ਮੇਰੀ ਮੂੰਹ ਬੋਲੀ ਭੈਣ ਆ, ਤੁਸੀਂ ਮੈਨੂੰ ਉਹਦੇ ਕੋਲ ਪਹੁੰਚਾ ਦਿਓ। ਫਿਰ ਸਰਦਾਰ ਜੱਸਾ ਸਿੰਘ ਹੁਣਾਂ ਨੇ ਫਿਰ ਦੇਖੋ ਕਿਵੇਂ ਜਿਹੜੀ ਸੀ ਇੱਕ ਸੁਰੱਖਿਅਤ ਦਸਤੇ ਦੇ ਨਾਲ ਇਸ ਬੇਗਮ ਨੂੰ ਬੜੇ ਸਨਮਾਨ ਦੇ ਨਾਲ ਜੰਮੂ ਦੇ ਰਾਜੇ ਦੀ ਰਾਣੀ ਦੇ ਪਾਸ ਪਹੁੰਚਾ ਦਿੱਤਾ ਸੀਗਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪਾਣੀਪਤ ਦੇ ਮੈਦਾਨ ਦੇ ਵਿੱਚ ਜਦ ਜਿਹੜੇ ਮਰਹੱਟੇ ਸੀਗੇ ਉਹਨਾਂ ਦਾ ਯੁੱਧ ਜਿਹੜਾ ਸੀ ਦਰਾਨੀਆਂ ਨਾਲ ਹੋਇਆ ਸੀਗਾ, ਅਤੇ ਇਹਨਾਂ ਦਾ ਜਰਨੈਲ ਉਹਨਾਂ ਟਾਈਮਾਂ ਦੇ ਵਿੱਚ ਉਹਦਾ ਨਾਂ ਸੀ ਹੁਲਕਾਰ। ਜਿਹੜਾ ਹਲਕਾਰ ਸੀਗਾ ਇਹਦੀ ਸੈਨਾ ਜਦੋਂ ਦਰਾਨੀਆਂ ਦੇ ਹੱਥੋਂ ਹਾਰ ਕੇ ਜਿਹੜੀ ਸੀ ਉਹ ਮੈਦਾਨ ਛੱਡ ਕੇ ਨਿਕਲ ਗਈ, ਅਤੇ ਉਸ ਟਾਈਮ ਦਰਾਨੀਆਂ ਨੇ ਸੈਂਕੜੇ ਜਿਹੜੀਆਂ ਮਰਹੱਟਣਾ ਸੀਗੀਆਂ ਇਹਨਾਂ ਨੂੰ ਬੰਦੀ ਬਣਾ ਲਿਆ ਸੀਗਾ। ਜਦ ਬੰਦੀ ਬਣਾਇਆ ਅਤੇ ਫਿਰ ਸਰਦਾਰ ਜੱਸਾ ਸਿੰਘ ਆਹਲੂਵਾਲੀਆਂ ਨੇ ਇਹ ਜਿਹੜੀਆਂ ਮਰਹੱਟਣਾ ਸੀਗੀਆਂ ਇਹ ਦਰਾਨੀਆਂ ਦੇ ਹੱਥੋਂ ਛੁਡਾ ਕੇ ਅਤੇ ਫਿਰ ਮਹਾਰਾਸ਼ਟਰ ਦੇ ਵਿੱਚ ਘਰ ਘਰ ਪਹੁੰਚਾਈਆਂ ਸੀਗੀਆਂ। ਜਿਸ ਤੋਂ ਬਾਅਦ ਫਿਰ ਸਰਦਾਰ ਜੱਸਾ ਸਿੰਘ ਹੁਣਾਂ ਦਾ ਜਿਹੜਾ ਸਿੱਕਾ ਸੀਗਾ ਉਹ ਪੂਰੀ ਤਰ੍ਹਾਂ ਜਿਹੜਾ ਸੀਗਾ ਭਾਰਤ ਵਰਸ਼ ਦੇ ਵਿੱਚ ਜਿਹੜਾ ਸੀਗਾ ਉਹ ਜੰਮ ਗਿਆ ਸੀਗਾ, ਅਤੇ ਇਹਨਾਂ ਨੂੰ ਭਾਰਤ ਵਰਸ਼ ਦੇ ਲੋਕੀ ਜਿਹੜੇ ਸੀਗੇ ਉਹ ਬੰਦੀ ਛੋੜ ਕਹਿ ਕੇ ਵੀ ਬੁਲਾਉਣ ਲੱਗ ਪਏ ਸੀਗੇ। ਉਸ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਇੱਕ ਜਹਾਨ ਖਾਨ ਹੋਇਆ, ਅਤੇ ਉਹ ਤੋਂ ਬਾਅਦ ਜਾਪਤਾ ਖਾਨ। ਜਦ ਇਹਨਾਂ ਦੀ ਜਿਹੜੀ ਜੰਗ ਸੀ
ਇਹ ਸਰਦਾਰ ਮਿੱਤ ਸਿੰਘ ਜੀ ਅਕਾਲੀ ਜਿਹੜੇ ਹੋਏ ਆ, ਇਹਨਾਂ ਦੇ ਨਾਲ ਹੋਈ ਆ। ਇਹ ਜੰਗ ਜਦ ਹੋਈ ਆ, ਇਸ ਜੰਗ ਦੇ ਵਿੱਚ ਸਰਦਾਰ ਮਿੱਤ ਸਿੰਘ ਅਕਾਲੀ ਦੇ ਘੋੜੇ ਨੂੰ ਗੋਲੀ ਲੱਗੀ ਸੀ। ਜਦ ਗੋਲੀ ਲੱਗੀ ਸੀ ਤਾਂ ਅਕਾਲੀ ਮਿੱਤ ਸਿੰਘ ਉਹਨਾਂ ਦਾ ਪੈਰ ਰਕਾਬ 'ਚ ਫਸ ਗਿਆ ਸੀਗਾ। ਰਕਾਬ 'ਚ ਫਸਣ ਦੇ ਕਰਕੇ ਇਸ ਜੰਗ ਦੇ ਵਿੱਚ ਜਿਹੜੇ ਸੀ ਉਹਨਾਂ ਦੀ ਸ਼ਹਾਦਤ ਹੋਈ ਆ। ਅਤੇ ਇਹਦੇ ਵਿੱਚ ਸਰਦਾਰ ਮਿੱਤ ਸਿੰਘ ਜੀ ਅਕਾਲੀ ਦੇ ਨਾਲ ਜਿਹੜੇ ਸੀਗੇ 6000 ਯੋਧੇ ਜਿਹੜੇ ਸੀਗੇ ਉਹ ਮੈਦਾਨੇ ਜੰਗ 'ਚ ਸ਼ਹੀਦ ਹੋਏ ਆ। ਸੋ ਜਦ 6000 ਯੋਧੇ ਮੈਦਾਨੇ ਜੰਗ 'ਚ ਸ਼ਹੀਦ ਹੋਏ ਹਨ ਅਤੇ ਉਸ ਟਾਈਮ ਫਿਰ ਇਹਨਾਂ ਯੋਧਿਆਂ ਦੇ ਜਿਹੜੇ ਸਿਰ ਕਟਵਾ ਕੇ ਜਿਹੜਾ ਜਹਾਨ ਖਾਨ ਸੀਗਾ, ਇਹ 6000 ਦੇ ਕਰੀਬ ਸਿੰਘਾਂ ਦੇ ਸਿਰ ਕਟਵਾ ਕੇ ਅਤੇ 17 ਬੈਲ ਗੱਡੀਆਂ ਦੇ ਵਿੱਚ ਲਾਹੌਰ ਦੇ ਰਸਤੇ ਨੂੰ ਤੁਰ ਪਿਆ ਸੀਗਾ। ਜਦੋਂ 6000 ਸਿੰਘਾਂ ਦੇ ਸਿਰ ਕਟਾ ਕੇ 17 ਗੱਡੇ ਭਰ ਕੇ ਲਾਹੌਰ ਦੇ ਰਸਤੇ ਨੂੰ ਤੁਰਿਆ ਸੀਗਾ, ਉਸ ਟਾਈਮ ਫਿਰ ਸਰਦਾਰ ਜੱਸਾ ਸਿੰਘ ਹੁਣਾਂ ਨੂੰ ਜਦ ਇਸ ਘਰੋਣੀ ਹਰਕਤ ਦਾ ਪਤਾ ਲੱਗਾ ਸੀਗਾ, ਇਹਨਾਂ ਨੇ ਫਿਰ ਇਸ ਜਰਨੈਲ ਦੇ ਨਾਲ ਜਿਹੜੇ ਸੀਗੇ ਯੁੱਧ ਕਰਕੇ 6000 ਸਿੰਘਾਂ ਦੇ ਜਿਹੜੇ ਗੱਡੇ ਉਹ ਸਿਰਾਂ ਦੇ ਭਰੇ ਹੋਏ ਸੀਗੇ, ਇਹ 17 ਗੱਡੇ ਛਡਾਏ ਸੀਗੇ। ਅਤੇ ਜਦ 17 ਗੱਡੇ ਛਡਾਏ ਸੀਗੇ, ਸੋ ਫਿਰ ਉਹਨਾਂ ਟਾਈਮਾਂ ਦੇ ਵਿੱਚ ਮੁਗਲ ਸਰਾਏ ਦੇ ਨੇੜੇ ਘੱਗਰ ਦਰਿਆ ਹੈਗਾ, ਉੱਥੇ 6000 ਸਿੰਘਾਂ ਦੇ ਸੀਸਾਂ ਦਾ ਸੰਸਕਾਰ ਕੀਤਾ ਸੀਗਾ, ਅਤੇ ਜਿੱਥੇ ਅੱਜ ਗੁਰਦੁਆਰਾ ਸ਼ਹੀਦਗੰਜ ਬਣਿਆ ਹੋਇਆ ਹੈਗਾ। ਸੋ ਕਹਿਣ ਤੋਂ ਭਾਵ ਹੈ ਕਿ ਸਰਦਾਰ ਜੱਸਾ ਸਿੰਘ ਹੁਣਾਂ ਦੀ ਜੀਵਨ ਦਰਸ਼ਨਾਂ ਦੀ ਅਗਰ ਅਸੀਂ ਜਿੰਨੀ ਉਹਨਾਂ ਦੀ ਉਪਮਾ ਕਰ ਸਕੀਏ ਉਨੀ ਥੋੜ੍ਹੀ ਹੈ, ਕਿ ਆਪਣੇ ਸਮੇਂ ਦੇ ਸਭ ਤੋਂ ਵੱਡੇ ਜਰਨੈਲਾਂ ਦੇ ਵਿੱਚ ਉਹਨਾਂ ਦਾ ਜਿਹੜਾ ਯੋਗਦਾਨ ਵਾ ਨਾ, ਉਹ ਕਿਸੇ ਅੱਖਰਾਂ ਦੇ ਵਿੱਚ ਬਿਆਨ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਨੇ ਰਾਜ ਪ੍ਰਬੰਧ ਨੂੰ ਬੜੇ ਸੋਹਣੇ ਤਰੀਕੇ ਨਾਲ ਚਲਾਇਆ, ਪੰਥ ਦੇ ਵਿੱਚ ਏਕਤਾ ਬਣਾਈ ਰੱਖੀ ਆ, ਚੜ੍ਹਦੀ ਕਲਾ ਰੱਖੀ ਆ, ਅੰਮ੍ਰਿਤ ਸੰਚਾਰ ਕੀਤਾ। ਭਾਵ ਕਿ ਸਿੱਖੀ ਦੇ ਸਾਰੇ ਗੁਣਾਂ ਦੇ ਵਿੱਚ ਸਰਦਾਰ ਜੱਸਾ ਸਿੰਘ ਹੁਣਾਂ ਨੇ ਬਹੁਤ ਹੀ ਸ਼ਲਾਘਾਯੋਗ ਅਤੇ ਵੱਡੇ ਵੱਡੇ ਕੰਮ ਕੀਤੇ ਆ। ਉਸ ਤੋਂ ਬਾਅਦ ਹੀ ਫਿਰ ਮਹਾਰਾਜਾ ਰਣਜੀਤ ਸਿੰਘ ਹੁਣਾਂ ਦਾ ਜਿਹੜਾ ਰਾਜ ਸੀਗਾ, ਉਹਦੇ ਵਾਸਤੇ ਰਾਹ ਪੱਧਰਾ ਵੀ ਸਰਦਾਰ ਜੱਸਾ ਸਿੰਘ ਹੁਣਾਂ ਨੇ ਕੀਤਾ ਸੀਗਾ। ਸੋ ਸਰਦਾਰ ਜੱਸਾ ਸਿੰਘ ਹੁਣਾਂ ਦੇ ਜੀਵਨ ਦੇ ਆਪਾਂ ਦੇਖੀਏ ਕਿ ਇਹਨਾਂ ਦੀਆਂ 2 ਜਿਹੜੀਆਂ ਸੀਗਾ ਸੁਪੁੱਤਰੀਆਂ ਹੋਈਆਂ ਹੈਗੀਆਂ ਉਹਨਾਂ ਸਮਿਆਂ ਦੇ ਵਿੱਚ। ਸੋ ਇਹਨਾਂ ਦਾ ਵੀ ਜਿਹੜਾ ਸੀਗਾ ਜੀਵਨ, ਜੋ ਗ੍ਰਸਤੀ ਜੀਵਨ ਸੀਗਾ, ਬਹੁਤ ਸੁੰਦਰ ਸੀਗਾ। ਫਿਰ ਅਖੀਰਲੇ ਸਮੇਂ ਦੇ ਵਿੱਚ ਸਰਦਾਰ ਜੱਸਾ ਸਿੰਘ ਹੁਣ ਜਦ ਅੰਮ੍ਰਿਤਸਰ ਆਏ ਆ, ਇੱਥੇ ਹੀ ਆ ਕੇ ਇਹਨਾਂ ਨੇ ਆਪਣਾ ਗੁਰੂ ਚਰਨਾਂ ਵਿੱਚ ਸਰੀਰ ਛੱਡਿਆ ਸੀਗਾ, ਅਤੇ ਆਪਣੀ ਜਿਹੜੀ ਇੱਛਾ ਸੀਗੀ ਇਹ ਦੱਸੀ ਸੀਗੀ ਕਿ ਸਾਡੇ ਜਾਣ ਤੋਂ ਬਾਅਦ ਕਿਸੇ ਨੇ ਕੋਈ ਹੰਝੂ ਨਹੀਂ ਭਰਨਾ, ਅਤੇ ਸਾਡੀ ਜਿਹੜੀ ਉਹ ਚਿਖਾ ਦਾ ਸੰਸਕਾਰ ਹੈ ਜਿੱਥੇ ਨਵਾਬ ਕਪੂਰ ਸਿੰਘ ਹੁਣਾਂ ਦਾ ਹੋਇਆ ਹੈ ਉਹਦੇ ਨਾਲ ਹੀ ਕਰ ਦੇਣਾ। ਅਤੇ ਅੱਜ ਵੀ ਬਾਬਾ ਟੱਲ ਜੀ ਦੇ ਜਿਹੜੇ ਗੁਰਦੁਆਰੇ ਦੇ ਲਾਗੇ ਸਰਦਾਰ ਜੱਸਾ ਸਿੰਘ ਹੁਣਾਂ ਦਾ ਜਿਹੜਾ ਹੈਗਾ ਇਹ ਨਿਸ਼ਾਨ ਬਣਿਆ ਹੋਇਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਸਿੱਖ ਕੌਮ ਨੂੰ ਫਖਰ ਹੈ ਕਿ ਇਹੋ ਜਿਹੇ ਯੋਧੇ ਜਿਹੜੇ ਪੰਥ ਦੇ ਸਰਮੋਰ ਹੋਏ ਆ, ਉਹਨਾਂ ਦੀ ਯਾਦ ਵੱਡੇ ਪੱਧਰ 'ਤੇ ਬਣਾਉਣੀ ਚਾਹੀਦੀ ਹੈ, ਤਾਂ ਜੋ ਪੰਥ ਦੇ ਵਿੱਚ ਜਾਗਰਤੀ ਰਹੇ, ਪੰਥ ਦੀ ਚੜ੍ਹਦੀ ਕਲਾ ਰਹੇ। ਸੋ ਇੰਨੇ ਹੀ ਬਚਨ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਵਾ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।